ਸਾਹਿਬ ਜੀ ਡੰਡੋਤ ਵੰਦਨ ਕਵਾਰ। ਸਰਵ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਬੇਸ਼ੁਮਾਰ ਅਥਾ ਅਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਵਾਹਿਗੁਰੂ ਜੀ। ਆਸਾ ਹਿੰਦੂ ਤੁਰ ਕਹਾਂ ਤੇ ਆਏ, ਕਿਨ ਇਹ ਰਾਹ ਚਲਾਈ। ਦਿਲ ਮੈਂ ਸੋਚ ਵਿਚਾਰ ਕਵਾਦੇ, ਭਿਸਤ ਦੋ ਜਗ ਕਿਨ ਪਾਈ। ਕਾਜੀ ਤੈ ਕਵਣ ਕਤੇਬ ਖਾਨੀ, ਪੜਤ ਗੁਣਤ ਐਸੇ ਸਭ ਮਾਰੇ। ਕਿਨਹੂ ਖਬਰ ਨਾ ਜਾਨੀ ਰਾਉ, ਸਕਤ ਸਨੇਹ ਕਰ ਸੁਨਤ ਕਰੀਐ। ਮੈਂ ਨਾ ਬਦੋਗਾ ਭਾਈ, ਜੋ ਰੇ ਖੁਦਾਏ ਮੋਇ ਤੁਰ ਕਰੇਗਾ। ਆਪਨ ਹੀ ਕਟ ਜਾਈ, ਸੁਨਤ ਕੀਏ ਤੁਰਗ ਜੇ ਹੋਏਗਾ। ਔਰਤ ਕਾ ਕਿਆ ਕਰੀਐ, ਅਰਧ ਸਰੀਰੀ ਨਾਰ ਨਾ ਛੋੜੈ। ਤਾਤੇ ਹਿੰਦੂ ਹੀ ਰਹੀਐ, ਛਾੜ ਕਤੇਵ ਰਾਮ ਭਜ ਬਉਰੇ। ਜ਼ੁਲਮ ਕਰਤੈ ਭਾਰੀ, ਕਬੀਰੈ ਪਕੜੀ ਟੇਗ ਰਾਮ ਕੀ। ਤੁਰ ਕਰਹਿ ਪਚਹਾਰੀ, ਛਾੜ ਕਤੇਵ ਰਾਮ ਭਜ ਬਉਰੇ। ਜ਼ੁਲਮ ਕਰਤੈ ਭਾਰੀ, ਕਬੀਰ ਹੈ ਪਕੜੀ ਟੇਗ ਰਾਮ ਕੀ। ਤੁਰ ਕਰਹਿ ਪਚਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰਬਾਣੀ ਦੀ ਜੋ ਲੜੀਵਾਰ ਕਥਾ ਇਸ ਪਾਵਨ ਅਸਥਾਨ 'ਤੇ ਚੱਲ ਰਹੀ ਹੈ, ਤਿਸ ਦੇ ਤਹਿਤ ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 477 ਤੇ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਫੁਰਮਾਨ ਕਰ ਰਹੇ ਹਨ, ਆਓ ਪਾਵਨ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਇਸ ਪਾਵਨ ਸ਼ਬਦ ਦੀ ਕੁਝ ਵਿਚਾਰ ਆਪਾਂ ਕੱਲ੍ਹ ਵੀ ਕੀਤੀ ਸੀ। ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਵਿੱਚ ਇੱਕ ਕਾਜੀ ਨੂੰ ਸੰਬੋਧਨ ਕਰਕੇ ਬਚਨ ਕਰ ਰਹੇ ਹਨ। ਜਿਵੇਂ ਕਿ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਵੀ ਵਿਚਾਰ ਸਾਂਝ ਪਾਈ ਸੀ। ਭਗਤ ਕਬੀਰ ਸਾਹਿਬ ਦੀ ਜੋ ਬਾਣੀ ਹੈ, ਜੋ ਸੱਚ ਦਾ ਹੋਕਾ ਹੈ, ਝੂਠੇ ਦੰਭੀ ਪਖੰਡੀ ਕਰਮਕਾਂਡੀ ਲੋਕਾਂ ਕੋਲੋਂ ਇਹ ਬਰਦਾਸ਼ਤ ਨਹੀਂ ਹੁੰਦਾ। ਅਤੇ ਇਸ ਕਰਕੇ ਉਸ ਸਮੇਂ ਦੀ ਹਕੂਮਤ ਸਿਕੰਦਰ ਲੋਧੀ ਬਾਦਸ਼ਾਹ, ਉਹਦਾ ਜਿਹੜਾ ਸ਼ਾਹੀ ਕਾਜੀ ਭਗਤ ਕਬੀਰ ਸਾਹਿਬ ਜੀ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਬੰਦੀ ਬਣਾ ਲਿਆ। ਅਤੇ ਸ਼ਰਤ ਇਹ ਰੱਖੀ ਗਈ ਕਿ ਤੁਸੀਂ ਮੁਸਲਮਾਨ ਹੋ ਜਾਓ, ਨਹੀਂ ਤਾਂ ਫਿਰ ਤੁਹਾਨੂੰ ਜਾਨੋਂ ਮਾਰ ਦੇਵਾਂਗੇ। ਅਤੇ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਵਿੱਚ ਉਹਨਾਂ ਬਚਨਾਂ ਦਾ ਉਸ ਸਮੇਂ ਦਾ ਵੀ ਹਵਾਲਾ ਦਿੰਦੇ ਨੇ, ਜ਼ਿਕਰ ਕਰਦੇ ਹਨ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਦੇਖ ਸ਼ਾਹੀ ਕਾਜੀ, ਜੇਕਰ
ਤੁਰਕ ਹੋਣਾ ਹੀ ਸਭ ਤੋਂ ਵੱਡੀ ਗੱਲ ਹੈ, ਤਾਂ ਪਰਮਾਤਮਾ ਸਾਨੂੰ ਤੁਰਕ ਬਣਾ ਕੇ ਸਾਡੀ ਸੁਨਤ ਕਰਕੇ ਹੀ ਭੇਜਦਾ। ਇਹ ਤਾਂ ਤੁਸੀਂ ਲੋਕਾਂ 'ਤੇ ਜ਼ੁਲਮ ਕਰਦੇ ਹੋ ਔਰ ਤੁਹਾਨੂੰ ਆਪਣੇ ਹੀ ਧਾਰਮਿਕ ਗ੍ਰੰਥਾਂ ਦਾ ਜੋ ਤੱਤ ਸਾਰ ਹੈ ਉਹ ਪਤਾ ਨਹੀਂ ਹੈ। ਤੁਸੀਂ ਆਪਣੇ ਮੁਤੱਸਬ ਦੇ ਵਿੱਚ ਆ ਕੇ ਆਪਣੀ ਹਕੂਮਤ ਦੇ ਸ਼ਾਹੀ ਜਿਹੜਾ ਹੈ ਰੋਹ ਦੇ ਵਿੱਚ ਆ ਕਰਕੇ ਲੋਕਾਂ 'ਤੇ ਇਸ ਤਰ੍ਹਾਂ ਦਾ ਜ਼ੁਲਮ ਕਰਦੇ ਹੋ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇਹ ਵੀ ਵਚਨ ਆਖਦੇ ਨੇ ਕਿ ਤੁਸੀਂ ਹਿੰਦੂਆਂ ਨੂੰ ਮਾੜਾ ਆਖਦੇ ਹੋ, ਫਿਰ ਇਹ ਦੱਸੋ ਜੇ ਤੁਰਕ ਖੁਦਾ ਤੋਂ ਆਏ ਹਨ ਤੇ ਹਿੰਦੂ ਕਿੱਥੋਂ ਆਏ ਨੇ? ਹਿੰਦੂਆਂ ਨੂੰ ਵੀ ਤੇ ਰੱਬ ਨੇ ਪੈਦਾ ਕੀਤਾ ਹੈ, ਭਾਵ ਸਾਰਿਆਂ ਨੂੰ ਪੈਦਾ ਕਰਨ ਵਾਲਾ ਰੱਬ ਹੈ। ਕੋਈ ਵੀ ਮਨੁੱਖ ਇਸ ਕਰਕੇ ਵੱਡਾ ਨਹੀਂ, ਮਹਾਨ ਨਹੀਂ ਕਿ ਉਹ ਮੁਸਲਮਾਨ ਹੈ ਜਾਂ ਸਿੱਖ ਹੈ ਜਾਂ ਹਿੰਦੂ ਹੈ। ਬੰਦਾ ਮਨੁੱਖ ਉਹੀ ਵੱਡਾ ਹੈ ਜਿਹਦੇ ਅਮਲ ਚੰਗੇ ਹਨ, ਜਿਹਦੇ ਕੋਲ ਦੈਵੀ ਗੁਣ ਹਨ। ਜਿਸ ਮਨੁੱਖ ਦੇ ਕੋਲ ਸ਼ੁਭ ਗੁਣ ਨਹੀਂ ਹਨ, ਉਹ ਕਿਸੇ ਵੀ ਧਰਮ ਦਾ ਹੋਵੇ, ਉਹ ਵੱਡਾ ਨਹੀਂ ਹੋ ਸਕਦਾ। ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਪਰਮੇਸ਼ਵਰ ਹੈ, ਇੱਕ ਭਗਵਾਨ ਹੈ, ਨਿਰੰਕਾਰ ਹੈ। ਜਿਸ ਵੀ ਧਰਮ ਦੇ ਵਿੱਚ ਮਨੁੱਖ ਦਾ ਜਨਮ ਹੁੰਦਾ ਹੈ, ਮਨੁੱਖ ਦਾ ਫਰਜ਼ ਹੈ ਆਪਣੇ ਉਸ ਧਰਮ ਦੇ ਅਨੁਸਾਰ ਚੱਲ ਕੇ ਪਰਮਾਤਮਾ ਦੀ ਇਬਾਦਤ ਕਰੇ, ਪਰਮਾਤਮਾ ਦੇ ਨਾਮ ਨੂੰ ਜਪਣਾ ਕਰੇ। ਭਗਤ ਕਬੀਰ ਸਾਹਿਬ ਜੀ ਨੂੰ ਬੰਦੀ ਬਣਾ ਲਿਆ ਗਿਆ ਤੇ ਆਪਾਂ ਉਹਨਾਂ ਦੀ ਬਾਣੀ ਵਿੱਚ ਇਹ ਦਰਸ਼ਨ ਕਰਦੇ ਹਾਂ ਕਿ ਬਾਂਧ ਪੋਚ ਕੁੰਟਲ ਕੋ ਡਾਰੈ, ਪੰਡ ਬਨ ਕੇ ਭਗਤ ਕਬੀਰ ਸਾਹਿਬ ਦੇ ਸਰੀਰ ਨੂੰ ਨੂੜ ਕੇ ਚੰਗੀ ਤਰ੍ਹਾਂ ਜਿਹੜਾ ਹੈ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ। ਪੂਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋ ਮੂੰਡ ਮੈਂ ਮਾਰਿਓ, ਹਸਤ ਭਾਗ ਕੇ ਚੀਸਾ ਮਾਰੈ, ਇਹ ਮੂਰਤ ਕੈ ਹਉ ਬਲਿਹਾਰੈ। ਹਾਥੀ ਦੇ ਸਿਰ ਤੇ ਕੁੰਡਾ ਮਾਰ ਕੇ ਮਹਾਵਤ ਤੋੜਦਾ, ਕਿਉਂਕਿ ਕਾਜੀ ਉਹਨੂੰ ਕਹਿੰਦਾ ਹੈ ਕਿ ਹੇ ਮਹਾਵਤ, ਹਾਥੀ ਨੂੰ ਅੱਗੇ ਤੋਰ ਤੇ ਭਗਤ ਕਬੀਰ ਸਾਹਿਬ ਨੂੰ ਕੁਚਲ ਕੇ ਮਾਰ ਦੇ, ਨਹੀਂ ਤੇ ਤੈਨੂੰ ਮਾਰ ਦਿਆਂਗੇ। ਹਾਥੀ ਆਪਣੀ ਜਾਨ ਬਚਾਉਣ ਵਾਸਤੇ ਕੁੰਡਾ ਮਾਰਦਾ ਹੈ ਮਹਾਵਤ ਹਾਥੀ ਦੇ ਉੱਪਰ, ਤੇ ਉਹ ਹਾਥੀ ਅੱਗੇ ਤੁਰਦਾ ਹੈ, ਪਰ ਉਹ ਭਗਤ ਕਬੀਰ ਸਾਹਿਬ ਨੂੰ ਮਾਰਦਾ ਨਹੀਂ। ਕੁੰਚਰ ਪੋਟ ਲੈ ਲੈ ਨਮਸਕਾਰੈ, ਕੁੰਚਰ ਹਾਥੀ ਭਗਤ ਕਬੀਰ ਸਾਹਿਬ ਨੂੰ ਨਮਸਕਾਰ ਕਰਦਾ, ਮੱਥੇ ਟੇਕਣ ਲੱਗ ਜਾਂਦਾ ਹੈ। ਤੇ ਭਗਤ ਕਬੀਰ ਸਾਹਿਬ ਜੀ ਇੱਥੋਂ ਤੱਕ ਕਹਿੰਦੇ ਨੇ, 3 ਬਾਰ ਪਤੀਆ ਭਰ ਲੈਣਾ, 3 ਵਾਰੀ ਇਹ ਪਤਿਆਵਾ ਕਰਕੇ ਵੀ ਉਹਦਾ ਮਨ ਪਸੀਜਿਆ ਨਹੀਂ ਹੈ। ਮਨ ਕਠੋਰ ਅਜੂ ਨਾ ਪਤੀਨਾ। ਫਿਰ ਭਗਤ ਕਬੀਰ ਸਾਹਿਬ ਨੂੰ ਗੰਗਾ ਨਦੀ ਦੇ ਵਿੱਚ ਵੀ ਬੰਨ੍ਹ ਕੇ ਸੁੱਟਿਆ ਗਿਆ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਤੋ ਭਗਤ ਕਬੀਰ ਸਾਹਿਬ ਜੀ ਆਪਣੀ ਇਸ ਪਾਵਨ ਸ਼ਬਦ ਦੇ ਵਿੱਚ ਉਸ ਸਮੇਂ ਜੋ ਹਕੂਮਤ ਵੱਲੋਂ ਜੋ ਧਰਮ ਦੇ ਨਾਂ 'ਤੇ ਕੀਤਾ ਜਾ ਰਿਹਾ ਹੈ, ਉਹਨਾਂ ਗੱਲਾਂ ਦਾ ਇਸ ਪਾਵਨ ਸ਼ਬਦ ਦੇ ਵਿੱਚ ਖੰਡਨ ਕਰਦੇ ਹਨ। ਆਸਾ ਹਿੰਦੂ ਤੁਰਕ ਕਾ ਤੇ ਆਏ, ਕਿਨ ਇਹ ਰਾਹ ਚਲਾਈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਐ ਕਾਜੀ ਦੱਸ ਹਿੰਦੂ ਤੁਰਕ ਕਿੱਥੋਂ ਆਏ ਨੇ? ਤੁਸੀਂ ਕਹਿੰਦੇ ਹੋ ਅਸੀਂ ਤੁਰਕ ਵੱਡੇ ਹਾਂ, ਸਾਡਾ ਇਸਲਾਮ ਮਤ ਸਭ ਨਾਲੋਂ ਵੱਡਾ ਹੈ। ਦੱਸੋ ਜੇ ਤੁਸੀਂ ਖੁਦਾ ਤੋਂ ਆਏ ਹੋ ਤੇ ਹਿੰਦੂ ਕਿੱਥੋਂ ਆਏ ਨੇ? ਦੁਨੀਆ ਦੀ ਇਹ ਰਾਹ ਕਿਹਨੇ ਚਲਾਈ ਹੈ? ਹਿੰਦੂ ਤੁਰਕ ਕਾਂ ਤੇ ਆਏ, ਕਿਨ ਇਹ ਰਾਹ ਚਲਾਈ। ਭਾਵ ਇਹ ਪਰਮਾਤਮਾ ਤੋਂ ਹੀ ਸਾਰਾ ਕੁਝ ਬਣਿਆ ਹੈ। ਦਿਲ ਮੈਂ ਸੋਚ ਕਛ ਵਿਚਾਰ ਕਵਾਦੇ, ਭਿਸਕ ਦੋਜਗ ਤਿਨ ਪਾਈ। ਤੇ ਭਗਤ ਕਬੀਰ ਸਾਹਿਬ ਕਹਿੰਦੇ, ਕਾਜੀ ਦਿਲ ਵਿੱਚ ਸੋਚ ਵਿਚਾਰ ਕਰਕੇ ਵੇਖ, ਐਵੇਂ ਝਗੜੇ ਨਾ ਕਰ। ਇਹ ਝਗੜੇ ਕਰਨ ਵਾਲੇ ਕਾਜੀ, ਧਰਮ ਦੇ ਨਾਂ 'ਤੇ ਵਿਵਾਦ ਕਰਨ ਵਾਲੇ,
ਐਵੇਂ ਬੇਮਤਲਬ ਹੀ ਝਗੜਾ ਨਾ ਕਰੀ ਜਾ। ਦਸ ਭਿਸਤ ਦੋਜਗ ਕਿਨ ਪਾਈ। ਕੌਣ ਭਿਸਤ ਵਿੱਚ ਜਾਂਦਾ ਹੈ, ਕੌਣ ਨਰਕਾਂ ਵਿੱਚ ਜਾਂਦਾ ਹੈ? ਤੁਹਾਨੂੰ ਪਤਾ ਹੈ ਕੌਣ ਜਾਂਦਾ ਹੈ? ਕਈ ਮਨੁੱਖ ਐਸੇ ਹੁੰਦੇ ਨੇ ਧਰਮ ਦਾ ਪਤਾ ਨਹੀਂ ਹੁੰਦਾ, ਪਰ ਐਵੇਂ ਹੀ ਝਗੜਾ ਕਰੀ ਜਾਂਦੇ ਹਨ ਤੇ ਸੋਚਦੇ ਨੇ ਅਸੀਂ ਬੜਾ ਸਵਾਬ ਖੱਟ ਰਹੇ ਹਾਂ। ਪਰ ਕੌਣ ਭਿਸਤ ਵਿੱਚ ਜਾਂਦਾ ਹੈ, ਸਵਰਗ ਵਿੱਚ ਕੌਣ ਜਾਂਦਾ ਹੈ ਤੇ ਦੋਜਕ ਵਿੱਚ ਨਰਕ ਵਿੱਚ ਕੌਣ ਡਿੱਗਦਾ ਹੈ? ਗੁਰਬਾਣੀ ਕਹਿੰਦੀ ਹੈ ਜੋ ਮਨੁੱਖ ਪਾਪ ਕਰਮ ਕਰਦਾ ਹੈ ਉਹ ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਉਹ ਨਰਕਾਂ ਵਿੱਚ ਡਿੱਗੇਗਾ, ਦੋਜਕਾਂ ਵਿੱਚ ਡਿੱਗੇਗਾ। ਉਹ ਇਹ ਨਹੀਂ ਵੀ ਹਿੰਦੂ ਹੈ ਉਹ ਨਹੀਂ ਡਿੱਗੇਗਾ, ਜਾਂ ਸਿੱਖ ਹੈ ਜਾਂ ਮੁਸਲਮਾਨ ਹੈ ਜਾਂ ਕੋਈ ਵੀ ਹੈ। ਜਿਹਦੇ ਕਰਮ ਮਾੜੇ ਨੇ ਉਹ ਦੋਜਕਾਂ ਵਿੱਚ ਜਾ ਕੇ ਡਿੱਗੇਗਾ, ਉਹ ਨਰਕਾਂ ਵਿੱਚ ਡਿੱਗੇਗਾ। ਤਾਂ ਹੀ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਾਜੀ ਤੈ ਕਵਣ ਕਤੇਬ ਵਖਾਨੀ। ਹੇ ਕਾਜੀ ਤੂੰ ਕਿਹੜੀ ਕਿਤਾਬ ਪੜ੍ਹੀ ਹੈ, ਕਿਹੜੀ ਕਿਤਾਬ ਦੀ ਗੱਲ ਕਰਦਾ ਹੈ? ਪੜ੍ਹਤ ਗੁਣਤ ਐਸੇ ਸਭ ਮਾਰੇ, ਕਿਨੂੰ ਖਬਰ ਨਾ ਜਾਣੀ। ਪੜ੍ਹਦਿਆਂ ਗੁਣਦਿਆਂ ਭਾਵ ਉਹ ਧਾਰਮਿਕ ਗ੍ਰੰਥਾਂ ਨੂੰ ਰੱਟੇ ਬੜੇ ਲਾ ਲਏ ਤੇ ਇਸ ਤਰ੍ਹਾਂ ਪੜ੍ਹਤ ਗੁਣਤ ਐਸੇ ਸਭ ਮਾਰੇ, ਕਿਨੂੰ ਖਬਰ ਨਾ ਜਾਣੀ। ਪਤਾ ਨਹੀਂ ਕਿੰਨੇ ਕਿਸ ਤਰ੍ਹਾਂ ਮਰ ਗਏ ਨੇ, ਕਾਲ ਨੇ ਉਹਨਾਂ ਨੂੰ ਮਾਰ ਦਿੱਤਾ, ਪਰ ਕਿਸੇ ਨੂੰ ਇਹ ਖਬਰ ਨਹੀਂ ਆਈ ਕਿ ਬੰਦਾ ਕਿੱਥੇ ਚਲਾ ਗਿਆ ਹੈ। ਕਿਉਂਕਿ ਝਗੜਿਆਂ ਦੇ ਵਿੱਚ, ਕਲੇਸ਼ਾਂ ਦੇ ਵਿੱਚ ਹੀ ਪਿਆ ਰਿਹਾ। ਧਰਮ ਦੇ ਨਾਂ 'ਤੇ ਬੜੇ ਝਗੜੇ, ਬੜੇ ਅਡੰਬਰ ਕਰਦਾ ਰਿਹਾ ਤੇ ਇਸ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਬੰਦੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਵੀ ਮਰ ਗਏ, ਭਾਵ ਲਾਹਾ ਨਹੀਂ ਲੈ ਸਕੇ। ਖਬਰ ਨਹੀਂ ਆਈ, ਪਤਾ ਨਹੀਂ ਕਿੱਥੇ ਚਲੇ ਗਏ ਨੇ ਉਹਨਾਂ ਦੀ। ਕਿਉਂਕਿ ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਜ਼ਰੂਰ, ਪਰ ਉਹਦੇ ਵਿੱਚੋਂ ਕੋਈ ਤੱਤ ਸਾਰ ਨਹੀਂ ਲਿਆ। ਰਹਾਓ ਸਕਤ ਸਨੇਹੋ ਕਰ ਸੁਨਤ ਕਰੀਐ, ਮੈਂ ਨਾ ਬਦੋਗਾ ਭਾਈ। ਭਗਤ ਕਬੀਰ ਸਾਹਿਬ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਨ ਕਰਦੇ ਨੇ, ਜਿਹੜੀ ਸੁਨਤ ਹੈ, ਸੁਨਤ ਕੱਲ੍ਹ ਵੀ ਬੇਨਤੀ ਕੀਤੀ ਸੀ, ਅਰਬੀ ਭਾਸ਼ਾ ਦਾ ਇਹ ਸ਼ਬਦ ਹੈ। ਸੁਨਤ ਦਾ ਅਰਥ ਹੈ ਮਰਿਆਦਾ, ਪਰ ਸੁਨਤ ਸ਼ਬਦ ਹੁਣ ਜਿਹੜਾ ਆਮ ਪ੍ਰਚਲਿਤ ਹੋ ਗਿਆ ਉਹ ਹੈ ਕਿ ਜੋ ਪੁਰਸ਼ ਹੈ ਜਦੋਂ ਬਚਪਨ ਦੇ ਵਿੱਚ ਮੁਸਲਮਾਨ ਦੇ ਘਰ ਕੋਈ ਬੱਚਾ ਜਨਮ ਲੈਂਦਾ ਹੈ, ਉਸ ਬੱਚੇ ਦੇ ਜਨਨ ਇੰਦਰੇ ਨੂੰ ਜਿਹੜਾ ਹੈ ਛੇਦਿਆ ਜਾਂਦਾ ਹੈ, ਉਹਨੂੰ ਸੁਨਤ ਕਰਨਾ ਕਿਹਾ ਗਿਆ ਹੈ। ਤੇ ਉਹ ਕਹਿੰਦੇ ਹੁਣ ਇਹ ਮੁਸਲਮਾਨ ਹੋ ਗਿਆ ਹੈ ਪੱਕਾ। ਪਰ ਜਦੋਂ ਸੁਨਤ ਨੂੰ ਆਪਾਂ ਪੜ੍ਹੀਏ ਤਾਂ ਕਹਿੰਦੇ ਹਨ ਇਹ ਜੋ ਇਬਰਾਹਿਮ ਜੋ ਪੈਗੰਬਰ ਹੋਏ ਹਨ, ਉਹਨਾਂ ਨੇ ਆਪਣੀ ਇਸਤਰੀ ਦੇ ਨਾਲ ਵਚਨ ਕੀਤਾ ਸੀ ਮੈਂ ਪਰ ਇਸਤਰੀ ਦਾ ਸੰਗ ਨਹੀਂ ਕਰਾਂਗਾ। ਵਾਹ, ਉਹਨਾਂ ਦੀ ਇਸਤਰੀ ਨੇ ਇਹ ਵਚਨ ਲਿਆ ਸੀ, ਪਰ ਕਿਸੇ ਕਾਰਨ ਕਰਕੇ ਉਹਨਾਂ ਤੋਂ ਇਹ ਭੁੱਲ ਹੋਈ ਤੇ ਇਸ ਕਰਕੇ ਫਿਰ ਉੱਥੋਂ ਇਹ ਸੁਨਤ ਦੀ ਪ੍ਰਥਾ ਜਿਹੜੀ ਹੈ ਚੱਲੀ ਹੈ। ਭਗਤ ਕਬੀਰ ਸਾਹਿਬ ਉਸੇ ਦਾ ਇੱਥੇ ਜ਼ਿਕਰ ਕਰ ਰਹੇ ਨੇ, ਸਕਤ ਸਨੇਹ ਕਰ ਸੁਨਤ ਕਰੀਐ। ਸਕਤ ਮੈਨੇ ਇਸਤਰੀ, ਇਸਤਰੀ ਦੇ ਪਿਆਰ ਕਰਕੇ ਹੀ ਇਹ ਪ੍ਰਥਾ ਚੱਲੀ। ਤੇ ਭਗਤ ਕਬੀਰ ਸਾਹਿਬ ਕਹਿੰਦੇ ਇਸਤਰੀ ਦੇ ਪਿਆਰ ਕਰਕੇ ਹੀ ਇਹ ਸੁਨਤ ਕੀਤੀ ਜਾਂਦੀ ਹੈ। ਮੈਂ ਨਾ ਬਦੋਗਾ ਭਾਈ, ਮੈਂ ਨਹੀਂ ਇਸ ਨੂੰ ਮੰਨਾਂਗਾ ਵੀ ਇਹ ਰੱਬੀ ਹੁਕਮ ਹੈ, ਸੁਨਤ ਹੋਣੀ ਚਾਹੀਦੀ ਹੈ। ਹਾਂ, ਇਹ ਤੇ ਇਸਤਰੀ ਦੇ ਮੋਹ ਕਰਕੇ ਹੈ, ਇਸਤਰੀ ਦੀ ਪ੍ਰੀਤ ਕਰਕੇ ਹੈ। ਇਹ ਰੱਬੀ ਹੁਕਮ ਨਹੀਂ ਹੈ ਵੀ ਤੁਸੀਂ ਸੁਨਤ ਕਰਾਓ। ਹਾਂ, ਜੇ ਰੱਬੀ ਹੁਕਮ ਹੁੰਦਾ ਫਿਰ ਆਪਾਂ ਮੰਨ ਲੈਂਦੇ, ਪਰ ਭਗਤ ਕਬੀਰ ਸਾਹਿਬ ਕਹਿੰਦੇ ਇਹ ਰੱਬੀ ਹੁਕਮ ਨਹੀਂ ਹੈ, ਇਸ ਕਰਕੇ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ। ਜੋ ਰੱਬੀ ਹੁਕਮ ਹੀ ਨਹੀਂ ਹੈ ਉਹਨੂੰ ਧਰਮ ਦੇ ਨਾਂ 'ਤੇ ਥੋਪਿਆ ਜਾਵੇ। ਆਪਾਂ ਵੇਖਦੇ ਹਾਂ ਅਕਸਰ ਇਸ ਤਰ੍ਹਾਂ ਹੁੰਦਾ ਹੈ ਸੰਸਾਰ ਵਿੱਚ, ਬਹੁਤਾਤ ਗਿਣਤੀ ਵਿੱਚ
ਉਹਨੂੰ ਧਰਮ ਦਾ ਰੰਗਤ ਦੇ ਕੇ, ਧਰਮ ਦਾ ਨਾਂ ਦੇ ਕੇ ਨਾ ਤੇ ਲੋਕਾਂ ਦੇ ਉੱਪਰ ਥੋਪ ਦਿੱਤਾ ਜਾਂਦਾ ਵੀ ਇਹ ਧਰਮ ਦਾ ਕਰਮ ਹੈ, ਇਹ ਪਰਮਾਤਮਾ ਦੀ ਬੰਦਗੀ ਦਾ ਕਾਰਜ ਹੈ, ਪਰ ਹੁੰਦਾ ਨਹੀਂ ਹੈ। ਪਰਮਾਤਮਾ ਨੇ ਕਿਤੇ ਵੀ ਨਹੀਂ ਕਿਹਾ ਵੀ ਤੂੰ ਪਿੰਡੇ 'ਤੇ ਸਵਾਹ ਮਲ ਲੈ ਜਾਂ ਪੁੱਠਾ ਲਟਕ ਜਾ ਜਾਂ ਧੂਣੇ ਤਪਾ ਕੇ ਬੈਠ ਜਾ ਜਾਂ ਇਸ ਸਰੀਰ ਨੂੰ ਕਸ਼ਟ ਦੇ। ਪਰ ਆਪਾਂ ਵੇਖਦੇ ਹਾਂ ਲੋਕਾਂ ਨੇ ਆਪੋ ਆਪਣਾ ਇਹ ਧਰਮ ਬਣਾ ਲਿਆ। ਭਗਤ ਕਬੀਰ ਸਾਹਿਬ ਕਹਿੰਦੇ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ। ਆਸਾ ਕੀ ਵਾਰ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਆਲਮ ਲਖਾਈ ਸਿਰ ਛਾਈ ਪਾਈ ਮੂਰਖ ਅੰਧੈ ਪਤ ਗਵਾਈ। ਕਈ ਗੰਦਗੀ ਖਾਂਦੇ ਨੇ, ਵਧੀਆ ਭੋਜਨ ਛੱਡ ਕੇ ਹੋਰ ਹੀ ਕੁਝ ਖਾਈ ਜਾਂਦੇ ਨੇ। ਸਿਰ ਦੇ ਵਿੱਚ ਵੀ ਸਵਾਹ ਪਾ ਲੈਂਦੇ ਨੇ, ਪਿੰਡੇ 'ਤੇ ਵੀ ਸਵਾਹ ਮਲ ਲੈਂਦੇ ਨੇ। ਕਹਿੰਦੇ ਇਹ ਪਰਮਾਤਮਾ ਨੂੰ ਮਿਲਣ ਵਾਸਤੇ ਕੀਤਾ ਹੈ। ਅਤੇ ਭਗਤ ਕਬੀਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਭਾਈ ਆਲਮ ਲਖਾਈ ਸਿਰ ਛਾਈ ਪਾਈ ਮੂਰਖ ਅੰਧੈ ਪਤ ਗਵਾਈ। ਇਹ ਤਾਂ ਮੂਰਖ ਬੰਦਾ ਹੈ ਜਿਹੜਾ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ। ਇਹ ਤਾਂ ਧਾਰਮਿਕ ਤੌਰ 'ਤੇ ਅੰਨ੍ਹਾ ਹੈ, ਬਿਲਕੁਲ ਇਹਨੂੰ ਧਰਮ ਦਾ ਗਿਆਨ ਹੀ ਨਹੀਂ ਹੈ ਕਿ ਰੱਬ ਨੇ ਇੰਨਾ ਸੁੰਦਰ ਇਹ ਕਾਇਆ ਸਰੀਰ ਬਣਾਇਆ, ਕੇਸ ਦਿੱਤੇ ਬੜੇ ਸੋਹਣੇ ਕੇਸ, ਪਰ ਇਹਨਾਂ ਦੇ ਵਿੱਚ ਸਵਾਹ ਪਾ ਦਿੱਤੀ। ਆਪਾਂ ਆਪ ਦੇਖੀਏ ਕੇਸ ਜਿਹੜੇ ਨੇ ਧੋਏ ਹੋਣ, ਹਰੇ ਕੀਤੇ ਹੋਣ, ਸੋਹਣੇ ਲੱਗਦੇ ਨੇ, ਪਰ ਕੇਸਾਂ ਵਿੱਚ ਜੇ ਸਵਾਹ ਪਾਈ ਹੋਵੇ, ਨਾ ਉਹ ਵਾਹੇ ਹੋਣ, ਜਟਾਵਾਂ ਜਿਹੀਆਂ ਬਣਾਈਆਂ ਹੋਣਗੀਆਂ, ਉਹ ਭੈੜੇ ਲੱਗਦੇ ਨੇ। ਅਤੇ ਮਨੁੱਖ ਉਸ ਨੂੰ ਧਰਮ ਦਾ ਨਾਂ ਦੇਤਾ ਅਤੇ ਲੋਕ ਕਹਿੰਦੇ ਮੱਥਾ ਟੇਕੀਏ, ਇਹਨੂੰ ਨਹੀਂ ਕੁਝ ਕਹਿਣਾ, ਇਹਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਵੀ ਤੂੰ ਕੇਸਾਂ ਦਾ ਕੀ ਕੀਤਾ ਪਿਆ ਹੈ। ਇਹ ਤਾਂ ਧਾਰਮਿਕ ਬੰਦਾ ਹੋ ਗਿਆ। ਧਰਮ ਦੀ ਰੰਗਤ ਦੇਤੀ ਅਤੇ ਪਿੰਡੇ 'ਤੇ ਸਵਾਹ ਮਲੀ ਵੀ ਚੰਗੀ ਹੈ। ਪਰ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨਹੀਂ ਭਾਈ, ਅਲਮ ਲਖਾਈ ਸਿਰ ਛਾਈ ਪਾਈ ਮੂਰਖ ਅੰਧੈ ਪਤ ਗਵਾਈ। ਵਿਨ ਨਾਮੈ ਕਿਛ ਥਾਏ ਨਾ ਪਾਈ, ਰਹਿ ਬਿਬਾਣੀ ਮੜੀ ਮਸਾਣੀ। ਅੰਧ ਨਾ ਜਾਣੈ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਕਈ ਪਰਿਵਾਰ ਨੂੰ ਛੱਡ ਕੇ, ਵਸਦੇ ਹੋਏ ਸ਼ਹਿਰਾਂ ਨੂੰ ਛੱਡ ਕੇ, ਨਗਰਾਂ ਨੂੰ ਛੱਡ ਕੇ ਨਾ ਉਜਾੜਾਂ ਵਿੱਚ ਜਾ ਕੇ ਡੇਰਾ ਲਾ ਲੈਂਦੇ ਨੇ। ਗੁਰਬਾਣੀ ਕਹਿੰਦੀ ਇਹ ਵੀ ਧਰਮ ਨਹੀਂ ਹੈ, ਇਹ ਵੀ ਰੱਬੀ ਹੁਕਮ ਨਹੀਂ। ਰੱਬ ਨੇ ਤੈਨੂੰ ਬੰਦਾ ਬਣਾ ਕੇ ਭੇਜਿਆ, ਤੂੰ ਦੁਨੀਆ ਵਿੱਚ ਰਹਿ, ਬੰਦਿਆਂ ਵਿੱਚ ਰਹਿ। ਤੂੰ ਜਾ ਕੇ ਜੰਗਲਾਂ ਵਿੱਚ, ਬਬਾਣਾਂ ਵਿੱਚ, ਮੜੀਆਂ ਮੱਟੀਆਂ ਵਿੱਚ ਜਾ ਕੇ ਬੈਠ ਗਿਆ ਹੈ। ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਪਛਤਾਣੀ। ਬਾਅਦ ਵਿੱਚ ਉਹ ਪਛਤਾਉਂਦਾ ਹੀ ਹੈ। ਭਾਵ ਕਿ ਭਾਵੇਂ ਕੋਈ ਧਰਮ ਦਾ, ਕਿਸੇ ਵੀ ਧਰਮ ਦਾ ਬੰਦਾ ਹੋਵੇ, ਕਿਸੇ ਵੀ ਐਸੇ ਕਰਮ ਨੂੰ ਉਹ ਧਰਮ ਦੀ ਰੰਗਤ ਦੇ ਦੇਵੇ ਅਤੇ ਉਹ ਰੱਬ ਦੇ ਦਰ 'ਤੇ ਪ੍ਰਵਾਨ ਨਹੀਂ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਕਹਿੰਦੇ ਜਿਹੜੀ ਸੁੰਨਤ ਤੁਸੀਂ ਕਹਿੰਦੇ ਹੋ, ਇਹ ਜਿਹੜਾ ਖਤਨਾ ਕਰਨਾ ਹੁੰਦਾ ਹੈ ਬੱਚੇ ਦੇ ਜਨਨ ਅੰਗ ਦਾ, ਕਹਿੰਦੇ ਅਸੀਂ ਇਸ ਨੂੰ ਨਹੀਂ ਮੰਨਦੇ ਵੀ ਇਹ ਰੱਬੀ ਹੁਕਮ ਹੈ। ਹਾਂ, ਇਸਤਰੀ ਦੇ ਪਿਆਰ ਕਰਕੇ ਉਹ ਤਾਂ ਕੋਈ ਪ੍ਰਸੰਗ ਬਣਦਾ ਹੈ, ਪਰ ਇਸ ਜਨਨ ਅੰਗਰੇ ਨੂੰ ਖਤਨ ਕਰਨਾ ਬਚਪਨ ਦੇ ਵਿੱਚ, ਅਤੇ ਇਹਦੇ ਨਾਲ ਕੋਈ ਮੁਸਲਮਾਨ ਹੋ ਜਾਵੇ, ਭਗਤ ਕਬੀਰ ਸਾਹਿਬ ਕਹਿੰਦੇ ਇਹ ਕੋਈ ਰੱਬੀ ਹੁਕਮ ਨਹੀਂ ਹੈ। ਔਰ ਨਾ ਅਸੀਂ ਇਹਨੂੰ ਮੰਨਦੇ ਹਾਂ, ਕਿਉਂਕਿ ਜਦ ਇਹ ਰੱਬ ਦੇ ਘਰ ਦੀ ਗੱਲ ਹੀ ਨਹੀਂ ਹੈ। ਜੋ ਰੇ ਖੁਦਾਏ ਮੋਹਿ ਤੁਰ ਕਰੇਗਾ ਆਪਣ ਹੀ ਕਟ ਜਾਈ। ਹਾਂ, ਜੇ ਉਹ ਖੁਦਾ ਚਾਹੁੰਦਾ ਹੈ ਵੀ ਭਗਤ ਕਬੀਰ ਮੁਸਲਮਾਨ ਹੋ ਜਾਵੇ, ਤਾਂ ਮੇਰਾ ਇਹ ਜਨਨ ਇੰਦਰਾ ਪਹਿਲਾਂ ਤੋਂ ਹੀ ਖਤਮ ਹੋਇਆ ਹੁੰਦਾ, ਉਹ ਆਪੇ ਹੀ ਕਰ ਦਿੰਦਾ। ਜੋ ਰੇ ਖੁਦਾਏ ਮੋਹਿ ਤੁਰਕ ਕਰੇਗਾ ਆਪਣ ਹੀ ਕਟ ਜਾਈ। ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਿਆ ਕਰੀਏ। ਹਾਂ, ਤੁਸੀਂ ਕਹਿੰਦੇ ਹੋ ਵੀ ਸਾਡਾ ਮਤ ਹੀ ਚੰਗਾ ਹੈ, ਸਾਡਾ ਧਰਮ ਹੀ ਚੰਗਾ ਹੈ, ਅਤੇ ਉਹਦੇ ਵਿੱਚ ਸੁੰਨਤ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਅਤੇ ਭਗਤ ਕਬੀਰ ਸਾਹਿਬ ਕਹਿੰਦੇ ਫਿਰ ਚਲੋ ਆਪਾਂ ਤੁਹਾਡੀ ਗੱਲ ਮੰਨੀਏ, ਜੇ ਜਿਹੜੇ ਪੁਰਸ਼ ਨੇ ਉਹਨਾਂ ਦੀ ਤਾਂ ਸੁੰਨਤ ਹੋ ਗਈ, ਅਤੇ ਇਸਤਰੀ ਦਾ ਕਿਵੇਂ ਭਲਾ ਹੋਵੇਗਾ? ਉਹ ਤਾਂ ਫਿਰ ਤੁਹਾਡੇ ਧਰਮ ਵਿੱਚ ਆ ਹੀ ਨਹੀਂ ਸਕਦੀ, ਕਿਉਂਕਿ ਜਦ ਉਹਦੀ ਸੁੰਨਤ ਹੀ ਨਹੀਂ ਹੋ ਸਕਦੀ
ਉਹਦੇ ਸਰੀਰ ਦੀ ਬਣਤਰ ਐਸੀ ਹੈ ਕਿ ਉਹਦੀ ਸੁੰਨਤ ਨਹੀਂ ਹੋ ਸਕਦੀ, ਫਿਰ ਉਹਦਾ ਭਲਾ ਕਿਵੇਂ ਹੋਵੇਗਾ? ਉਹ ਤਾਂ ਮੁਸਲਮਾਨਣੀ ਬਣੀ ਨਾ, ਉਹਦੇ ਨਾਲ ਤੁਸੀਂ ਰਹਿੰਦੇ ਹੋ। ਉਹ ਤੁਹਾਡੀ ਇਸਤਰੀ ਹੈ, ਤੁਹਾਡੀ ਭੈਣ ਵੀ ਹੈ, ਮਾਂ ਵੀ ਹੈ। ਸੁੰਨਤ ਕੀਏ ਤੁਰਕ ਜੇ ਹੋਏਗਾ, ਔਰਤ ਕਿਆ ਕਿਆ ਕਰੀਏ। ਅਰਧ ਸਰੀਰੀ ਨਾਰ ਨਾ ਛੋੜੈ, ਤਾਂ ਤੇ ਹਿੰਦੂ ਹੀ ਰਹੀਐ। ਜਿਹੜੀ ਇਸਤਰੀ ਹੈ ਉਹਨੂੰ ਮਨੁੱਖ ਦੇ ਜੀਵਨ ਦਾ ਅਰਧ ਹਿੱਸਾ ਮੰਨਿਆ ਗਿਆ ਹੈ। ਮਨੁੱਖ ਦੇ ਜੇਕਰ ਜੀਵਨ ਦੇ ਵਿੱਚ ਇਸਤਰੀ ਨਾ ਹੋਵੇ, ਇਹ ਅਧੂਰਾ ਹੈ, ਭਟਕਦਾ ਰਹਿੰਦਾ ਹੈ। ਇਸੇ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਾ ਹੋਰ ਵੀ ਆਪਾਂ ਦੇਖੀਏ ਜਿੰਨੇ ਅਵਤਾਰ ਪੈਗੰਬਰ ਆਏ, ਉਹਨਾਂ ਨੇ ਆਪਣੀ ਇਸਤਰੀ ਨੂੰ ਨਾਲ ਰੱਖਿਆ ਹੈ। ਇਹ ਗੱਲ ਵੱਖਰੀ ਹੈ ਕਿ ਕਈ ਜਿਹੜੇ ਨੇ ਆਪੋ ਆਪਣੇ ਮਤ ਮਤਾਂਦਰ ਚਲਾ ਕੇ ਬਹਿ ਗਏ ਕਿ ਵਿਆਹ ਨਹੀਂ ਕਰਾਉਣਾ। ਤੁਸੀਂ ਵੇਖੋ ਜਿੰਨੇ ਵੀ ਅਵਤਾਰ ਨੇ, ਵਿਸ਼ਨੂੰ ਜੀ ਉਹ ਵੀ ਅਵਤਾਰ ਨੇ, ਉਹਨਾਂ ਦੇ ਨਾਲ ਮਾਤਾ ਲਕਸ਼ਮੀ ਹੈ। ਸ਼ਿਵ ਜੀ ਭੋਲੇਨਾਥ ਜਿਨ੍ਹਾਂ ਤੋਂ ਜੋਗ ਮਤ ਕਹਿੰਦੇ ਚੱਲਿਆ ਹੈ, ਜੋਗ ਮਤ ਜਿਨ੍ਹਾਂ ਤੋਂ ਚੱਲਿਆ, ਜੋਗੀ ਬਣ ਗਏ, ਜਟਾਵਾਂ ਰੱਖ ਲੀਆਂ, ਵਿਆਹ ਨਹੀਂ ਕਰਾਉਣਾ। ਸ਼ਿਵ ਜੀ ਭੋਲੇਨਾਥ ਦਾ ਵੀ ਤਾਂ ਵਿਆਹ ਹੋਇਆ, ਮਾਤਾ ਪਾਰਵਤੀ ਉਹਨਾਂ ਦੇ ਨਾਲ ਹੈ। ਸ੍ਰੀ ਕ੍ਰਿਸ਼ਨ ਜੀ ਉਹਨਾਂ ਦੇ 2 ਵਿਆਹਾਂ ਦਾ ਖਾਸ ਕਰਕੇ ਜ਼ਿਕਰ ਆਉਂਦਾ ਹੈ, ਰਾਣੀ ਰੁਕਮਣੀ ਅਤੇ ਸਤਵਾਮਾ ਦਾ। ਇਸੇ ਤਰ੍ਹਾਂ ਮੁਹੰਮਦ ਸਾਹਿਬ ਦਾ, ਸਾਰੇ ਪੈਗੰਬਰ ਜਿੰਨੇ ਵੀ ਅਵਤਾਰ ਤੁਸੀਂ ਪੜ੍ਹੋ ਤਕਰੀਬਨ ਉਹਨਾਂ ਦਾ ਵਿਆਹ ਹੋਇਆ ਹੈ। ਅਤੇ 10 ਜਾਮਿਆਂ ਵਿੱਚ ਵੀ ਮਹਾਰਾਜ ਜੀ ਨੇ ਕਿਹਾ ਭਾਈ ਇਹ ਗ੍ਰਸਥ ਧਰਮ ਜ਼ਰੂਰੀ ਹੈ, ਇਸ ਤੋਂ ਬਿਨਾਂ ਜੀਵਨ ਅਧੂਰਾ ਹੈ ਮਨੁੱਖ ਦਾ। ਪਰ ਕਈਆਂ ਨੇ ਇਹ ਗੱਲ ਚਲਾਤੀ, ਨਹੀਂ ਵਿਆਹ ਜਿਹੜਾ ਨਹੀਂ ਕਰਾਉਂਦਾ ਉਹ ਬੜਾ ਵੱਡਾ ਮਹਾਤਮਾ ਹੈ। ਅਤੇ ਇਹ ਆਪਾਂ ਲੋਕਾਂ ਨੇ ਮਾਨਤਾ ਦੇ ਦਿੱਤੀ ਵੀ ਜਿਹੜਾ ਵਿਆਹ ਨਹੀਂ ਕਰਾਉਂਦਾ ਨਾ ਉਹ ਬੜਾ ਵੱਡਾ ਮਹਾਤਮਾ, ਇਹਨੇ ਤਾਂ ਵਿਆਹ ਹੀ ਨਹੀਂ ਕਰਾਇਆ। ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ? ਕਹਿੰਦੇ ਜੀ ਇਹ ਮਹਾਂਪੁਰਸ਼ ਤੇ ਐਸੇ ਨੇ, ਇਹਨਾਂ ਨੇ ਵਿਆਹ ਹੀ ਨਹੀਂ ਕਰਾਇਆ। ਇਹ ਕੋਈ ਚੰਗੀ ਗੱਲ ਨਹੀਂ, ਵਿਆਹ ਨਹੀਂ ਕਰਾਇਆ, ਕਿਉਂਕਿ ਗੁਰਬਾਣੀ ਨੂੰ ਪੜ੍ਹੋ ਫਿਰ ਪਤਾ ਲੱਗਦਾ ਹੈ। ਕਿਉਂ ਗੁਰਬਾਣੀ ਕਹਿੰਦੀ ਹੈ ਵੀ ਗ੍ਰਸਥ ਧਰਮ ਤਾਂ ਸਭ ਨਾਲੋਂ ਵੱਡਾ ਹੈ, ਸਭ ਨਾਲੋਂ ਸ੍ਰੇਸ਼ਟ ਹੈ। ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਵਿੱਚ ਗੁਰਬਾਣੀ ਦੀ ਵਿਆਖਿਆ ਲਿਖਦੇ ਆ, ਆਪਣੀ ਬਾਣੀ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜਿਹੜਾ ਗ੍ਰਸਥ ਧਰਮ ਹੈ ਉਹ ਸਭ ਨਾਲੋਂ ਵੱਡਾ ਹੈ। ਜੈਸੇ ਸਰ ਸਰਤਾ ਮੈਂ ਸਮੁੰਦਰ ਵੱਡੋ, ਮੇਰ ਮੈਂ ਸੁਮੇਰ ਵੱਡੋ, ਜਗਤ ਵਖਾਨ ਹੈ। ਸੰਸਾਰ ਵਿੱਚ ਕਿੰਨੀਆਂ ਨਦੀਆਂ ਨੇ, ਕਿੰਨੇ ਦਰਿਆ ਨੇ, ਪਰ ਸਮੁੰਦਰ ਦੇ ਸਾਹਮਣੇ ਸਾਰੇ ਫਿੱਕੇ ਨੇ। ਸਮੁੰਦਰ ਦੇ ਸਾਹਮਣੇ ਨਦੀਆਂ ਦੀ, ਦਰਿਆਵਾਂ ਦੀ ਕੋਈ ਵੈਲਿਊ ਨਹੀਂ ਹੈ। ਕੀ ਉਹਨਾਂ ਦੀ ਮਾਨਤਾ ਹੈ? ਸਮੁੰਦਰ ਵਿੱਚ ਪਤਾ ਨਹੀਂ ਕਿੰਨੀਆਂ ਕੁ ਨਦੀਆਂ ਦਰਿਆ ਸਮਾ ਜਾਂਦੇ ਨੇ। ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਡੋ, ਮੇਰ ਮੈਂ ਸੁਮੇਰ ਵੱਡੋ, ਜਗਤ ਬਖਾਨ ਹੈ। ਵਰਲਡ ਵਿੱਚ ਜਿੰਨੇ ਪਹਾੜ ਨੇ ਉਹਨਾਂ ਵਿੱਚੋਂ ਸੁਮੇਰ ਪਰਬਤ ਸਭ ਨਾਲੋਂ ਵੱਡਾ ਹੈ। ਤੇ ਭਾਈ ਗੁਰਦਾਸ ਜੀ ਅੱਗੇ ਲਿਖਦੇ ਨੇ, ਤਰਬਰ ਵਿਖੇ ਜੈਸੇ ਚੰਦਨ ਬ੍ਰਿਖ ਵੱਡੋ, ਧਾਤੂ ਮੈਂ ਕਣਕਾ ਤੁੱਤਮ ਕੇ ਮਾਨ ਹੈ। ਦਰਖਤਾਂ ਵਿੱਚੋਂ ਚੰਦਨ ਦਾ ਬੂਟਾ ਸਭ ਨਾਲੋਂ ਵੱਡਾ, ਵੱਡੇ ਦਾ ਭਾਵ ਹੈ ਮਹਿੰਗਾ, ਵੱਡਾ ਸਰੀਰ ਕਰਕੇ ਨਹੀਂ, ਆਕਾਰ ਕਰਕੇ ਨਹੀਂ, ਵੱਡਾ ਹੈ ਗੁਣਾ ਕਰਕੇ। ਦੁਨੀਆ ਵਿੱਚ ਵੱਡਾ ਕੌਣ ਹੈ? ਸਰੀਰ ਕਰਕੇ ਕਿਸੇ ਨੂੰ ਵੱਡਾ ਨਹੀਂ ਮੰਨਿਆ ਗਿਆ। ਜਿਸ ਬੰਦੇ ਕੋਲ ਬਹੁਤ ਧਨ ਹੋਵੇ ਆਪਾਂ ਕਹਿੰਦੇ ਬਹੁਤ ਵੱਡਾ ਬੰਦਾ ਹੈ, ਭਾਵੇਂ ਕੱਦ ਉਹਦਾ 2.5 ਫੁੱਟ ਦਾ ਹੀ ਹੋਵੇ, ਪਰ ਆਪਾਂ ਕੀ ਕਹਿੰਦੇ ਆ? ਬੰਦਾ ਬਹੁਤ ਵੱਡਾ ਹੈ। ਗੁਣ ਹੋਣ, ਗੁਣਾ ਕਰਕੇ ਵੱਡਾ ਹੈ। ਸਰੀਰ ਦੀ ਮਾਨੀਅਤ ਨਹੀਂ ਹੈ, ਗੁਣਾ ਕਰਕੇ, ਪ੍ਰੋਪਰਟੀ ਕਰਕੇ, ਸੰਪਦਾ ਕਰਕੇ ਵੱਡਾ ਹੁੰਦਾ ਹੈ। ਜਿਹੜਾ ਚੰਦਨ ਦਾ ਬੂਟਾ ਹੈ ਉਹ 52 ਉਂਗਲਾਂ ਹੁੰਦਾ, ਜ਼ਿਆਦਾ ਵੱਡਾ ਨਹੀਂ ਹੁੰਦਾ। ਪਰ ਵਰਲਡ ਵਿੱਚ ਸਭ ਨਾਲੋਂ ਜ਼ਿਆਦਾ ਲੱਕੜ ਉਸੇ ਦੀ ਮਹਿੰਗੀ ਹੈ। ਤਰਵਰ ਵਿਖੇ ਜੈਸੇ ਚੰਦਨ ਬ੍ਰਿਖ ਵੱਡੋ, ਧਾਤੂ ਮੇਂ ਕਣਕਾ ਉੱਤਮ ਕੇ ਮਾਨ ਹੈ। ਧਾਤਾਂ ਦੇ ਵਿੱਚੋਂ ਸਭ ਨਾਲੋਂ ਮਹਿੰਗਾ ਹੈ ਸੋਨਾ। ਜਿਹੜੀਆਂ 8 ਧਾਤਾਂ ਨੇ, ਤਾਂਬਾ, ਕਾਂਸੀ, ਜਿਹੜਾ ਹੈ ਚਾਂਦੀ, ਲੋਹਾ ਇਤਿਆਦਿਕ, ਇਹਨਾਂ ਵਿੱਚੋਂ ਸਭ ਨਾਲੋਂ ਮਹਿੰਗਾ ਹੈ ਸੋਨਾ।
ਲੋਹਾ ਤਾਂਬਾ ਗਾਰੇ ਵਿੱਚ ਮਿੱਟੀ 'ਚ ਗਿਰ ਜੇ ਆਪਾਂ ਨਹੀਂ ਚੁੱਕਦੇ, ਪਰ ਸੋਨਾ ਮਿੱਟੀ ਵਿੱਚ ਵੀ ਗਿਰ ਜੇ ਤੇ ਬੰਦਾ ਚੁੱਕ ਲੈਂਦਾ, ਬੜਾ ਕੀਮਤੀ ਕਹਿੰਦੇ। ਇਹਦਾ ਕੀ ਵਿਗੜਿਆ, ਕੁਝ ਨਹੀਂ ਖਰਾਬ ਹੋਇਆ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਪੰਛੀਆਂ ਮੇ ਹੰਸ ਮ੍ਰਿਗ ਰਾਜਨ ਮੇ ਸਾਰਦੂਲ। ਕਹਿੰਦੇ ਪੰਛੀਆਂ ਵਿੱਚੋਂ ਹੰਸ ਸਭ ਨਾਲੋਂ ਅੱਗੇ ਹੈ, ਜਾਨਵਰਾਂ ਦੇ ਵਿੱਚੋਂ ਸ਼ੇਰ ਸਭ ਨਾਲੋਂ ਵੱਡਾ ਹੈ, ਮਹਾਨ ਹੈ। ਪੰਛੀਆਂ ਮੇ ਹੰਸ ਮ੍ਰਿਗ ਰਾਜਨ ਮੇ ਸਾਰਦੂਲ। ਰਾਗਣ ਮੇ ਸ੍ਰੀ ਰਾਗ ਪਾਰਸ ਪਖਾਨ ਹੈ। ਰਾਗਾਂ ਵਿੱਚੋਂ ਸ੍ਰੀ ਰਾਗ ਐਸਾ ਹੈ, ਸਭ ਨਾਲੋਂ ਵੱਡਾ ਰਾਗ ਹੈ। ਪੱਥਰਾਂ ਦੇ ਵਿੱਚੋਂ ਪਾਰਸ ਪੱਥਰ ਸਭ ਨਾਲੋਂ ਮਹਿੰਗਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਰਾਗ ਸ੍ਰੀ ਰਾਗ ਹੈ। 14 ਅੰਗ ਤੇ ਆਰੰਭ ਹੁੰਦਾ ਹੈ ਸ੍ਰੀ ਰਾਗ। ਇਸ ਰਾਗ ਬਾਰੇ ਜਿਹੜਾ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਜੇਕਰ ਕੋਈ ਸ੍ਰੀ ਰਾਗ ਨੂੰ ਗਾਉਣ ਵਾਲਾ ਗਵਈਆ ਪੂਰਾ ਆਚਾਰ ਵਿਵਹਾਰ ਕਰਕੇ ਸ਼ੁੱਧ ਹੋਵੇ, ਉਹਦਾ ਜੀਵਨ ਸ਼ੁੱਧ ਹੋਵੇ ਔਰ ਸਹੀ ਤਰੀਕੇ ਨਾਲ ਸ੍ਰੀ ਰਾਗ ਨੂੰ ਗਾ ਦੇਵੇ, ਕਹਿੰਦੇ ਮੁਰਦੇ ਵਿੱਚ ਵੀ ਜਾਨ ਪਾ ਦਿੰਦਾ ਹੈ। ਰਾਗ ਸ੍ਰੀ ਰਾਗ ਇੰਨਾ ਮਹਾਨ ਰਾਗ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ। ਜੇ ਸੱਚ ਧਰੇ ਪਿਆਰ, ਜਿਵੇਂ ਦੀਪਕ ਰਾਗ ਗਾਣ ਨਾਲ ਦੀਵੇ ਜਗ ਜਾਂਦੇ ਨੇ, ਮੇਘ ਰਾਗ ਗਾਣ ਦੇ ਨਾਲ ਬੱਦਲ ਪੈਣ ਲੱਗ ਜਾਂਦਾ ਹੈ, ਇਸੇ ਤਰ੍ਹਾਂ ਸ੍ਰੀ ਰਾਗ ਨੂੰ ਜੇਕਰ ਗਾਇਆ ਜਾਵੇ ਤੇ ਮੁਰਦੇ ਬੰਦੇ ਵਿੱਚ ਵੀ ਜਾਨ ਪੈ ਜਾਂਦੀ ਹੈ। ਇੰਨਾ ਇਹਦੇ ਬਾਰੇ ਦੱਸਿਆ ਜਾਂਦਾ ਹੈ। ਐਸਾ ਇਹ ਰਾਗ ਹੈ, ਉੱਤਮ ਮੰਨਿਆ ਗਿਆ ਇਸ ਰਾਗਾਂ ਦੇ ਵਿੱਚੋਂ ਸ੍ਰੀ ਰਾਗ ਨੂੰ। ਤੇ ਭਾਈ ਗੁਰਦਾਸ ਜੀ ਅੱਗੇ ਲਿਖਦੇ ਨੇ ਗਿਆਨਨ ਮੇ ਗਿਆਨ ਅਰ ਧਿਆਨਨ ਮੇ ਧਿਆਨ ਗੁਰ ਸਕਲ ਧਰਮ ਮੇ ਗ੍ਰਸਤ ਪ੍ਰਧਾਨ ਹੈ। ਗਿਆਨਾਂ ਵਿੱਚੋਂ ਗਿਆਨ ਲੈਣਾ ਕਿਹੜਾ ਚੰਗਾ ਹੈ। ਕਿਸੇ ਮਨੁੱਖ ਨੇ ਸਮੁੰਦਰ ਦਾ ਗਿਆਨ ਲਿਆ, ਕਿਸੇ ਨੇ ਪਹਾੜਾਂ ਨੂੰ ਖੋਜਿਆ, ਕਿਸੇ ਨੇ ਅਸਮਾਨ ਨੂੰ ਖੋਜ ਰਹੀ ਦੁਨੀਆ। ਆਪਾਂ ਕਹਿੰਦੇ ਆ ਬੰਦਾ ਬਹੁਤ ਵੱਡਾ, ਇਹਨੇ ਬੜਾ ਗਿਆਨ, ਇਹਦੇ ਕੋਲ ਸਮੁੰਦਰ ਦਾ, ਇਹਦੇ ਕੋਲ ਅਸਮਾਨ ਦਾ ਗਿਆਨ ਹੈ, ਚੰਨ ਸਿਤਾਰਿਆਂ ਦਾ ਗਿਆਨ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਭਾਈ, ਅਸਲ ਵਿੱਚ ਉਹ ਬੰਦਾ ਵੱਡਾ ਜਿਹਨੂੰ ਗੁਰੂ ਦੀ ਮੱਤ ਆ ਗਈ, ਜਿਹਦੇ ਕੋਲ ਗੁਰੂ ਦਾ ਗਿਆਨ ਆ ਗਿਆ। ਗਿਆਨਨ ਮੇ ਗਿਆਨ ਅਰ ਧਿਆਨਨ ਮੇ ਧਿਆਨ ਗੁਰ। ਧਿਆਨ ਵੀ ਸਭ ਨਾਲੋਂ ਵੱਡਾ ਗੁਰੂ ਦੇ ਸ਼ਬਦ ਵਿੱਚ ਜੋੜਨਾ। ਸਕਲ ਧਰਮ ਮੇ ਗ੍ਰਸਤ ਪ੍ਰਧਾਨ ਹੈ। ਜਿੰਨੇ ਵੀ ਦੁਨੀਆ ਵਿੱਚ ਵਰਲਡ ਵਿੱਚ ਧਰਮ ਨੇ, ਸਭ ਨਾਲੋਂ ਗ੍ਰਸਤ ਧਰਮ ਸਭ ਨਾਲ ਉੱਤਮ ਹੈ। ਜਿਹਨੇ ਵਿਆਹ ਕਰਾਇਆ ਨਹੀਂ ਕਰਾਇਆ ਉਹ ਕੋਈ ਉੱਤਮ ਨਹੀਂ ਹੈ, ਪਰ ਜਿਹੜਾ ਵਿਆਹ ਕਰਾ ਕੇ ਗ੍ਰਸਤ ਧਰਮ ਵਿੱਚ ਆ ਕੇ ਰੱਬ ਦੀ ਬੰਦਗੀ ਕਰਦਾ ਹੈ, ਉਹ ਗ੍ਰਸਤ ਧਰਮ ਸਭ ਨਾਲੋਂ ਉੱਤਮ ਹੈ, ਬੜਾ ਸ੍ਰੇਸ਼ਟ ਮੰਨਿਆ ਗਿਆ ਹੈ। ਤੇ ਭਗਤ ਕਬੀਰ ਸਾਹਿਬ ਜੀ ਇਸ ਕਰਕੇ ਫਰਮਾਨ ਕਰ ਰਹੇ ਨੇ, ਜਿਹੜੀ ਇਸਤਰੀ ਹੈ ਉਹ ਮਨੁੱਖ ਦੇ ਜੀਵਨ ਦਾ ਅੱਧਾ ਹਿੱਸਾ ਹੈ। ਇਹਨੂੰ ਛੱਡ ਕੇ ਜੇ ਕੋਈ ਮਨੁੱਖ ਕਹੇ ਵੀ ਮੈਂ ਬੜਾ ਮਹਾਤਮਾ ਬਣ ਗਿਆ, ਤੇ ਕਹਿੰਦੇ ਉਹ ਕੋਈ ਮਹਾਤਮਾ ਨਹੀਂ ਹੈ। ਤੇ ਦੂਸਰਾ, ਜੇਕਰ ਜਿਹੜੀ ਇਸਤਰੀ ਹੈ ਉਹ ਤੁਰਕ ਹੀ ਨਹੀਂ ਹੋ ਸਕਦੀ, ਉਹਦੀ ਸੁੰਨਤ ਹੀ ਨਹੀਂ ਹੋ ਸਕਦੀ, ਤੇ ਉਹਦੇ ਨਾਲ ਤੁਸੀਂ ਰਹਿਣਾ ਹੈ। ਉਹ ਸਾਡੀ ਮਾਂ ਵੀ ਹੈ, ਭੈਣ ਵੀ ਹੈ, ਇਸਤਰੀ ਵੀ ਹੈ। ਅਰਧ ਸਰੀਰੀ ਨਾਰ ਨਾ ਛੋੜੈ, ਤਾਂ ਤੇ ਹਿੰਦੂ ਹੀ ਰਹੀ ਹੈ। ਤਾਂ ਤੇ ਆਪਣੇ ਧਰਮ, ਇੱਥੇ ਹਿੰਦੂ ਰਹਿਣ ਦਾ ਭਾਵ ਹੈ ਆਪਣੇ ਧਰਮ ਵਿੱਚ ਹੀ ਰਹਿਣਾ ਸਾਨੂੰ ਚਾਹੀਦਾ ਹੈ। ਭਗਤ ਕਬੀਰ ਸਾਹਿਬ ਨੂੰ, ਕਿਉਂਕਿ ਉਸ ਸਮੇਂ ਹਿੰਦੂ ਕਹਿੰਦੇ ਨੇ ਤੁਰਕ ਲੋਕ, ਉਹ ਕਹਿਣ ਲੱਗੇ ਜਦ ਜਿਹੜੀ ਇਸਤਰੀ ਤੁਹਾਡੇ ਮੱਤ ਦੇ ਵਿੱਚ, ਉਹਦਾ ਧਰਮ ਹੀ ਨਹੀਂ ਹੋ ਸਕਦਾ ਕੋਈ, ਕਿਉਂਕਿ ਉਹਦੀ ਸੁੰਨਤ ਹੀ ਨਹੀਂ ਤੁਸੀਂ ਕਰਦੇ, ਨਾ ਉਹਦੀ ਸੁੰਨਤ ਹੁੰਦੀ ਹੈ, ਤੇ ਉਹਦੇ ਨਾਲ ਸਦਾ ਤੁਸੀਂ ਰਹਿੰਦੇ ਹੋ। ਕਹਿੰਦੇ ਫਿਰ ਤੁਸੀਂ ਪੂਰੇ ਮੁਸਲਮਾਨ ਕਿਵੇਂ ਹੋਗੇ? ਤੁਸੀਂ ਤਾਂ ਫਿਰ ਅਧੂਰੇ ਹੀ ਰਹੇ, ਕਿਉਂਕਿ ਅਧੂਰੀ ਇਸਤਰੀ ਦਾ ਸੰਗ ਕਰ। ਇਹ ਉਹਨਾਂ ਦੇ ਬਚਨ ਨੇ ਲੋਕਾਂ ਦੇ। ਭਗਤ ਕਬੀਰ ਸਾਹਿਬ ਦਾ ਐਸਾ ਕਹਿਣਾ ਹੈ ਕਿ ਜੋ ਇਸਤਰੀ ਹੈ ਉਹ ਸਾਡਾ ਅੱਧਾ ਸਰੀਰ ਹੈ ਜੀਵਨ ਦਾ, ਉਹਦੇ ਨਾਲ ਹੀ ਜੀਵਨ ਮੁਕੰਮਲ ਹੁੰਦਾ। ਇਸ ਕਰਕੇ ਅਸੀਂ ਆਪਣੇ ਧਰਮ ਦੇ ਵਿੱਚ ਹੀ ਹਾਂ। ਛਾੜ ਕਤੇਬ ਰਾਮ ਭਜ ਬਉਰੇ, ਜ਼ੁਲਮ ਕਰਤ ਹੈ ਭਾਰੀ। ਛਾੜ ਕਤੇਬ, ਕਹਿੰਦੇ ਜਿਹੜੇ ਕਤੇਬਾਂ ਦੀ ਤੂੰ ਮਰਿਆਦਾ ਚੱਕੀ ਫਿਰਦਾ, ਇਹਨੂੰ ਛੱਡ ਕੇ ਪਰਮਾਤਮਾ ਦੇ ਨਾਮ ਨੂੰ ਜਪ। ਇੱਥੇ ਰਾਮ ਜਪਣ ਤੋਂ ਭਾਵ ਹੈ ਜੋ ਤੂੰ ਇਹ ਕਤੇਬਾਂ ਦੇ ਨਾਂ 'ਤੇ ਧਾਰਮਿਕ ਗ੍ਰੰਥਾਂ ਦੇ ਵਿਵਾਦ ਚੁੱਕੀ ਫਿਰਦਾ, ਇਹ ਛੱਡ ਦੇ। ਅੱਜ ਆਪਾਂ ਵੇਖਦੇ ਹਾਂ
ਧਰਮ ਦੇ ਨਾਂ 'ਤੇ ਬੜੇ ਵਿਵਾਦ ਲੋਕੀ ਖੜੇ ਕਰ ਰਹੇ ਨੇ, ਔਰ ਜਿਹੜੇ ਆਮ ਬੰਦੇ ਨਹੀਂ ਕਰ ਰਹੇ, ਜਿਹੜੇ ਲੋਕ ਦੁਨੀਆ ਵਿੱਚ ਮਸ਼ਹੂਰ ਨੇ ਨਾ, ਉਹ ਕਰ ਰਹੇ ਨੇ। ਹੁਣ ਇਹ ਆਪ ਜੀ ਨੇ 2-4 ਦਿਨ ਪਹਿਲਾਂ ਸੁਣਿਆ ਦੇਖਿਆ ਹੋਵੇਗਾ ਕਿ ਇੱਕ ਕਥਾਵਾਚਕ ਆਪਣੇ ਵੀ ਇੱਥੇ ਪਹਿਲਾਂ ਬੜੀ ਵਾਰੀ ਆਏ ਨੇ, ਉਹ ਸ਼ਹਿਰ ਵਿੱਚ ਆਪਣੇ ਜੇ ਤਕਰੀਬਨ ਕਈ ਗੁਰਦੁਆਰਿਆਂ ਵਿੱਚ ਆਏ, ਅਤੇ ਉਹਨਾਂ ਨੇ ਵਿਵਾਦ ਖੜਾ ਕਰਤਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਨਹੀਂ ਲੱਗਦਾ। ਭੋਗ ਲੱਗਦਾ ਜਾਂ ਨਹੀਂ ਲੱਗਦਾ, ਇਸ ਤਰ੍ਹਾਂ ਦੇ ਵਿਵਾਦ ਨਾ ਖੜੋ, ਤੁਸੀਂ ਬਾਣੀ ਨਾਲ ਜੋੜੋ, ਨਾਮ ਦੇ ਨਾਲ ਜੋੜੋ। ਕਿਉਂਕਿ ਬਾਕੀ ਜੇ ਆਪਾਂ ਕਹੀਏ ਭੋਗ ਨਹੀਂ ਲੱਗਦਾ, ਗੁਰਬਾਣੀ ਦੇ ਵਿੱਚ ਮਹਾਰਾਜ ਦਾ ਸ਼ਬਦ ਦਰਜ ਕਰ ਗਏ ਨੇ, ਨਹੀਂ ਤੇ ਲੋਕਾਂ ਨੇ ਮੰਨਣਾ ਨਹੀਂ ਸੀ। ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਵਿਸ਼ਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਜੇ ਆਪਾਂ ਇਹ ਮਰਿਆਦਾ ਖੰਡਨ ਕਰਾਂਗੇ ਨਾ, ਭੋਗ ਨਹੀਂ ਲੱਗਦਾ, ਫਿਰ ਇਹਨਾਂ ਲੋਕਾਂ ਨੇ ਕੱਲ੍ਹ ਨੂੰ ਇਹ ਵੀ ਕਹਿ ਦੇਣਾ ਗੁਰੂ ਗ੍ਰੰਥ ਸਾਹਿਬ ਇੱਕ ਕਿਤਾਬ ਹੈ, ਚੋਰ ਸਾਹਿਬ ਕਰਨ ਦੀ ਲੋੜ ਨਹੀਂ। ਆਪਾਂ ਚੋਰ ਸਾਹਿਬ ਕਿਉਂ ਕਰਦੇ ਹਾਂ? ਕਿਉਂਕਿ ਪ੍ਰਗਟ ਗੁਰਾਂ ਕੀ ਦੇਹ। ਚੰਦੋਆ ਸਾਹਿਬ ਕਿਉਂ ਲਾਉਂਦੇ ਆ? ਪ੍ਰਗਟ ਗੁਰਾਂ ਕੀ ਦੇਹ। ਵਰਲਡ ਵਿੱਚ ਹੋਰ ਗ੍ਰੰਥਾਂ ਨੂੰ ਇਹ ਮਾਨਤਾ ਨਹੀਂ ਮਿਲੀ, ਇਸ ਕਰਕੇ ਕਿਸੇ ਵੀ ਹੋਰ ਗ੍ਰੰਥ ਦੇ ਉੱਪਰ ਚੰਦੋਆ ਨਹੀਂ ਲੱਗਦਾ, ਚੋਰ ਸਾਹਿਬ ਨਹੀਂ ਝੁਲਦਾ। ਕਦੇ ਵੀ ਤੁਸੀਂ ਵੇਖ ਲਓ ਜੇ, ਭਾਵੇਂ ਸਾਰੇ ਗ੍ਰੰਥ ਸਤਿਕਾਰਯੋਗ ਨੇ, ਕਿਤਾਬਾਂ ਨੇ, ਪੁਰਾਣ ਨੇ, ਵੇਦ ਨੇ, ਤੁਸੀਂ ਸੁਣਿਆ ਕਿਸੇ ਗ੍ਰੰਥ ਦੇ ਉੱਪਰ ਚੰਦੋਆ ਲੱਗਦਾ ਹੋਵੇ ਜਾਂ ਚੋਰ ਸਾਹਿਬ ਹੁੰਦਾ ਹੋਵੇ? ਇਹ ਗੁਰੂ ਗ੍ਰੰਥ ਸਾਹਿਬ ਜੀ ਕੋਈ ਗ੍ਰੰਥ ਨਹੀਂ, ਇਹ ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤੇ ਜੋ ਆਪ ਪ੍ਰਤੱਖ ਨੇ ਫਿਰ ਭੋਗ ਲੱਗੇਗਾ, ਫਿਰ ਸਾਰਾ ਕੁਝ ਹੋਵੇਗਾ। ਇਸ ਕਰਕੇ ਇਸ ਤਰ੍ਹਾਂ ਦੇ ਵਿਵਾਦ ਸੰਗਤ ਵਿੱਚ, ਜਿਹੜੀ ਚੀਜ਼ ਦੀ ਆਪਾਂ ਨੂੰ ਗਹਿਰਾਈ ਦਾ ਪਤਾ ਨਹੀਂ, ਉਹਦਾ ਵਿਵਾਦ ਹੀ ਨਾ ਖੜਾ ਕਰੋ। ਐਵੇਂ ਸੰਗਤਾਂ ਵਿੱਚ ਦੁਬਿਧਾ ਪਾ ਦੇਣੀ। ਤੇ ਆਪ ਜੀ ਨੂੰ ਪਤਾ, ਇਤਿਹਾਸ ਪੜ੍ਹੋ, ਦਰਬਾਰ ਸਾਹਿਬ ਵੀ ਚੋਰ ਸਾਹਿਬ ਬੰਦ ਕਰ ਦਿੱਤਾ ਗਿਆ ਸੀ। ਜਿਸ ਸਮੇਂ ਮਸ਼ੀਨਰੀਆਂ ਦੇ ਹੱਥ ਵਿੱਚ ਆਇਆ ਨਾ, ਹਥੌੜੀਆਂ ਦੇ ਹੱਥ ਵਿੱਚ ਮਰਿਆਦਾ ਆਈ, ਜਦੋਂ ਅਕਾਲ ਤਖਤ ਸਾਹਿਬ ਤੋਂ ਗੁਰੂ ਪਾਤਸ਼ਾਹ ਦਾ ਸਰੂਪ ਆਉਂਦਾ, ਉੱਥੇ ਆਉਂਦਿਆਂ ਚੋਰ ਸਾਹਿਬ ਬੰਦ ਕਰ ਦਿੱਤਾ ਸੀ, ਕਹਿੰਦੇ ਲੋੜ ਨਹੀਂ ਹੈ। ਇਹ ਬਾਅਦ ਵਿੱਚ ਸੰਤ ਸਾਮ ਸਿੰਘ ਹੋਏ ਨੇ, ਹੋਰ ਕਈ ਮਹਾਂਪੁਰਖ, ਉਹਨਾਂ ਨੇ ਵਿੱਚ ਪੈ ਕੇ ਇਹ ਫਿਰ ਚੋਰ ਸਾਹਿਬ ਲਗਾਤਾਰ ਜਿਹੜਾ ਉੱਥੇ ਮਹਾਰਾਜ ਦਰਬਾਰ ਵਿੱਚ ਵੀ ਚੱਲਦਾ, ਦਰਬਾਰ ਸਾਹਿਬ ਦੇ ਅੰਦਰ ਵੀ, ਅਜੈ ਚਵਰ ਸਿਰ ਢੁਲੈ, ਇਹ ਬਾਣੀ ਵਿੱਚ ਬਚਨ ਆਏ ਨੇ। ਤੇ ਫਿਰ ਐਸੇ ਲੋਕ ਆ ਕੇ ਉਹਨਾਂ ਨੇ ਇਸ ਤਰ੍ਹਾਂ ਦਾ ਪਹਿਲਾਂ ਵੀ ਕਰਨ ਦਾ ਯਤਨ ਕੀਤਾ, ਜੀ ਨਹੀਂ। ਸੋ ਜੇ ਆਪਾਂ ਪ੍ਰਤੱਖ ਮੰਨਦੇ ਹਾਂ ਫਿਰ ਸਾਰਾ ਕੁਝ ਹੈ। ਤੇ ਇਹਨਾਂ ਦਾ ਜ਼ੋਰ ਇਹੀ ਹੈ, ਕੱਲ੍ਹ ਨੂੰ ਇਹਨਾਂ ਨੇ ਕਹਿਣਾ ਵੀ ਫਿਰ ਚੋਰ ਸਾਹਿਬ ਕਰਨ ਦੀ ਕੀ ਲੋੜ ਹੈ, ਜਦ ਭੋਗ ਹੀ ਲੱਗਦਾ, ਉਹ ਕਿਹੜਾ ਪ੍ਰਤੱਖ ਨੇ। ਇਸ ਕਰਕੇ ਇਹ ਤੋੜਨ ਵਾਲੀਆਂ ਇਸ ਤਰ੍ਹਾਂ ਦੀਆਂ ਗੱਲਾਂ, ਸਾਰੇ ਧਰਮਾਂ ਵਿੱਚ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ। ਇਹ ਇਸ ਤਰ੍ਹਾਂ ਦੇ ਵਿਵਾਦ ਨਹੀਂ ਕਰਨੇ ਚਾਹੀਦੇ। ਛਾੜ ਇਸ ਤਰ੍ਹਾਂ ਦੇ ਕਿਤਾਬਾਂ ਦੇ ਜਾਂ ਧਾਰਮਿਕ ਗ੍ਰੰਥਾਂ ਦੇ ਵਿਵਾਦ ਵਿੱਚ ਨਹੀਂ ਪਾਉਣੇ ਚਾਹੀਦੇ। ਰਾਮ ਭਜ ਬੋਰੇ, ਤੂੰ ਪਰਮਾਤਮਾ ਦਾ ਨਾਮ ਜਪ, ਤੇ ਪਰਮਾਤਮਾ ਸਾਨੂੰ ਪ੍ਰਤੱਖ ਵਰਤਦਾ ਹੋਇਆ ਉਹ ਦਿਸਦਾ ਹੈ। ਸਾਡਾ ਤਾਂ ਸਤਿਗੁਰੂ ਕਹਿ ਗਏ, ਬਾਹੋ ਬਾਹੋ ਬਾਣੀ ਨਿਰੰਕਾਰ ਹੈ। ਸਤਿਗੁਰੂ ਜਾਗਤਾ ਹੈ ਦਿਓ, ਇਹ ਜਾਗਤ ਰੂਪ ਹੈ। ਤੇ ਪਾਤਸ਼ਾਹ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਜ਼ੁਲਮ ਕਰਤ ਹੈ ਭਾਰੀ। ਇਸ ਤਰ੍ਹਾਂ ਦੇ ਝਗੜੇ ਕਰਕੇ ਆਪਣੇ ਆਪ 'ਤੇ ਵੀ ਜ਼ੁਲਮ ਕਰਦਾ ਹੈ, ਦੂਸਰਿਆਂ 'ਤੇ ਵੀ ਜ਼ੁਲਮ ਕਰਦਾ ਹੈ। ਕਿਉਂਕਿ ਆਪਣਾ ਆਪ ਵੀ ਵਿਗਾੜ ਲਿਆ ਤੇ ਦੂਜਿਆਂ ਨੂੰ ਵੀ ਧਰਮ ਨਾਲੋਂ ਤੋੜ ਦਿੱਤਾ। ਕਬੀਰੈ ਪਕੜੀ ਟੇਕ ਰਾਮ ਕੀ ਤੁਰ ਘਰੇ ਪਚਹਾਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਸੀਂ ਤਾਂ ਉਸ ਪਰਮਾਤਮਾ ਦੀ ਟੇਕ ਪਕੜੀ ਹੈ। ਤੁਰਕ ਉਸ ਸਮੇਂ ਦੇ ਜਿਹੜੇ ਇਹ ਤੁਰਕ ਸਨ, ਉਹ ਇਸ ਤਰ੍ਹਾਂ ਦੇ ਝਗੜਿਆਂ ਵਿੱਚ ਪੈ ਕੇ ਪਚ ਰਹੇ ਨੇ, ਭਾਵ ਖੁਆਰ ਹੋ ਰਹੇ ਨੇ ਕਿ ਸਾਡਾ ਧਰਮ ਵਧੀਆ ਹੈ, ਅਸੀਂ ਸਭ ਨਾਲੋਂ ਚੰਗੇ ਹਾਂ। ਪਰਮਾਤਮਾ ਦੀ ਬੰਦਗੀ ਨਹੀਂ ਕਰਦੇ, ਬਸ ਇਸ ਪਾਸੇ ਲੜਨ 'ਤੇ ਜ਼ੋਰ ਲਾਇਆ ਵੀ ਅਸੀਂ ਸਭ ਨਾਲੋਂ ਚੰਗੇ ਹਾਂ, ਸਾਡੇ ਵਰਗਾ ਹੋਰ ਕੋਈ ਨਹੀਂ ਹੈ। ਇਹ ਗੱਲਾਂ ਛੱਡ ਕੇ ਹਰ ਇੱਕ ਧਰਮ ਦੇ ਬੰਦੇ ਨੂੰ ਇਹ ਚਾਹੀਦਾ ਹੈ ਪਰਮਾਤਮਾ ਦਾ ਨਾਮ ਜਪੇ। ਜਿਵੇਂ ਆਪਾਂ ਵੇਖੀਏ, ਸਕੂਲ ਵਿੱਚ ਬੱਚੇ ਜਾਂਦੇ ਨੇ, ਬੱਚੇ ਲੜੀ ਜਾਣ, ਸਾਡਾ ਸਕੂਲ ਚੰਗਾ ਹੈ, ਸਾਡਾ ਸਕੂਲ ਚੰਗਾ ਹੈ। ਸਕੂਲ ਸਾਰੇ ਚੰਗੇ ਨੇ, ਬੱਚਿਆਂ ਦਾ ਕੰਮ ਇੰਨਾ ਵੀ ਉੱਥੋਂ ਪੜ੍ਹਾਈ ਲੈਣ ਅਤੇ ਆਪਣਾ ਜੀਵਨ ਸਵਾਰਨ ਅਤੇ ਲੋਕਾਂ ਦਾ ਵੀ ਭਲਾ ਕਰਨ। ਪਰ ਉਹ ਲੜੀ ਜਾਣ ਬਾਹਰ ਨਿਕਲ ਕੇ ਸਕੂਲ ਵਿੱਚੋਂ, ਸਾਡਾ ਸਕੂਲ ਚੰਗਾ, ਸਾਡਾ ਸਕੂਲ ਚੰਗਾ।
ਕਿ ਉਹਨਾਂ ਨੂੰ ਸਿਆਣਾ ਆਖਿਆ ਜਾਵੇਗਾ। ਇਸ ਤਰ੍ਹਾਂ ਧਰਮ ਦੇ ਮੰਦਰਾਂ ਵਿੱਚੋਂ, ਧਾਰਮਿਕ ਸਥਾਨਾਂ ਵਿੱਚੋਂ ਲੋਕ ਨਿਕਲ ਕੇ ਲੜਦੇ ਨੇ, ਸਾਡਾ ਗੁਰਦੁਆਰਾ ਚੰਗਾ, ਸਾਡੀ ਮਸੀਤ ਚੰਗੀ, ਸਾਡਾ ਮੰਦਰ ਚੰਗਾ, ਸਾਡਾ ਇਹ ਚੰਗਾ। ਜਦ ਕਿ ਚਾਹੀਦਾ ਸੀ ਇੱਥੋਂ ਸਿੱਖਿਆ ਲੈ ਕੇ ਆਪਣਾ ਜੀਵਨ ਸਵਾਰ ਕੇ ਦੁਨੀਆ ਦਾ ਭਲਾ ਕਰਨਾ, ਸਤਿਗੁਰੂ ਮਹਿਰਾਮਤ ਕਰਨ, ਪਾਵਨ ਬਾਣੀ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ। ਸੋ ਸਾਧ ਸੰਗਤ ਜੀਓ, ਆਓ ਹੁਣ ਸਹਿਜ ਪਾਠ ਦੇ ਭੋਗ ਪਾਏ ਜਾਣੇ ਹਨ। ਇਸ ਪਾਵਨ ਅਸਥਾਨ ਦੇ ਜੋ ਬਾਨੀ ਬਾਬਾ ਕੇਰ ਸਿੰਘ ਜੀ, ਜਿਨ੍ਹਾਂ ਨੇ ਇਹ ਅਸਥਾਨ ਬਣਾਇਆ ਅਤੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ, ਸੋ ਆਓ ਉਹਨਾਂ ਦੀ ਸਾਲਾਨਾ ਬਰਸੀ ਮਨਾਉਂਦਿਆਂ ਹੋਇਆਂ ਸਹਿਜ ਪਾਠ ਜਾਪ ਜੋ ਹੋਏ ਨੇ